देश विदेश देख रहे तमाम दर्शकों का मैं मनदीप चंदी स्वागत करती हूँ। उम्मीद करते हैं तुम सब बिल्कुल ठीक ठाक होवोगे। इस तो पिछले वीडियो के असीं गलबात की सी एक्सप्रैस एंट्री के उत्ते ते अज असीं एक होर मैटर के उत्ते खास चर्चा करनी, एक होर खास प्रोग्राम के उत्ते चर्चा करांगे। मेरे नाल ने WWICS के वाइस प्रेजिडेंट दीपक नोहिरा जी। सब तो पहला उन्होंने स्वागत करते हैं। सत श्री अकाल जी। सत श्री अकाल जी। सत श्री अकाल सारे व्यूअर्स नूं जी। ਤੁਹਾਨੂੰ ਕੰਪਨੀ ਬਾਰੇ ਦੱਸ ਦਈਏ ਤਾਂ WWICS ਨੇ ਪਿਛਲੇ 27 ਸਾਲਾਂ ਤੋਂ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾ। ਜਿਸ ਤਰੀਕੇ ਨਾਲ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਸ ਕੰਪਨੀ ਨੇ ਕਰੀਬ 1.5 ਲੱਖ ਤੋਂ ਉੱਪਰ ਵੀਜ਼ੇ ਲਵਾ ਦਿੱਤੇ ਨੇ ਤੇ ਅਗਲਾ ਵੀਜ਼ਾ ਹੋ ਸਕਦਾ ਹੈ ਤੁਹਾਡਾ ਲੱਗੇ। ਇਸ ਕਰਕੇ ਤੁਸੀਂ ਕੁਝ ਨਹੀਂ ਕਰਨਾ, ਸਕਰੀਨ ਦੇ ਉੱਤੇ ਨੰਬਰ ਕਲੈਸ਼ ਹੋ ਰਿਹਾ, ਤੁਸੀਂ ਇਸ ਨੰਬਰ ਨੂੰ ਚੁੱਕਣਾ ਹੈ, ਆਪਣੇ ਫੋਨ ਦੇ ਉੱਤੇ ਡਾਇਲ ਕਰਨਾ ਹੈ ਤੇ ਤੁਸੀਂ ਸਿਰਫ ਅਪਾਇੰਟਮੈਂਟ ਲੈਣੀ ਹੈ। ਅਪਾਇੰਟਮੈਂਟ ਲੈ ਕੇ ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰਨਾ ਹੈ ਜਾਂ ਫਿਰ ਇਹਨਾਂ ਦੇ ਨਾਲ ਆਨਲਾਈਨ ਕਾਲ ਦੇ ਉੱਤੇ ਗੱਲਬਾਤ ਕਰ ਸਕਦੇ ਹੋ। ਤੁਹਾਡੀ ਕੋਈ ਵੀ ਕੁਐਰੀ ਹੈ ਤੁਸੀਂ ਉਸ ਕੁਐਰੀ ਦੇ ਉੱਤੇ ਜੁੜੀਆਂ ਹੋਈਆਂ ਇਹਨਾਂ ਦੇ ਨਾਲ ਚਰਚਾਵਾਂ ਕਰ ਸਕਦੇ ਹੋ। ਸੋ ਹੁਣ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਵਿਸ਼ਾ ਹੈਗਾ ਕਿ ਕੈਨੇਡਾ ਦੇ ਵਿੱਚ ਕਿਹੜੇ-ਕਿਹੜੇ ਨਵੇਂ ਪਾਇਲਟ ਪ੍ਰੋਗਰਾਮ ਨੇ ਜਿਹੜੇ ਆਏ ਨੇ। ਜੋ ਲੋਕ ਨੇ ਉਹ ਕਾਫੀ ਇਛੁਕ ਨੇ ਪਾਇਲਟ ਪ੍ਰੋਗਰਾਮ ਬਾਰੇ ਜਾਣਕਾਰੀ ਲੈਣ ਲਈ। ਸੋ ਅੱਜ ਦੀ ਸਾਡੀ ਖਾਸ ਚਰਚਾ ਹੈ ਇਹਨਾਂ ਪਾਇਲਟ ਪ੍ਰੋਗਰਾਮ ਦੇ ਉੱਤੇ। ਸੋ ਦੀਪਕ ਜੀ ਹੁਣ ਅਸੀਂ ਚਰਚਾ ਕਰਦੇ ਹਾਂ ਇਸ ਪ੍ਰੋਗਰਾਮ ਦੇ ਉੱਤੇ। ਇਹਨਾਂ ਪ੍ਰੋਗਰਾਮਸ ਬਾਰੇ ਤੁਸੀਂ ਸਾਨੂੰ ਦੱਸੋ ਵੀ ਜਿਹੜੇ ਪ੍ਰੋਗਰਾਮ ਨੇ AIPP RNIP ਤੇ ਯੂਕॉन ਇਹ ਕਿਸ ਤਰੀਕੇ ਦੇ ਪ੍ਰੋਗਰਾਮ ਨੇ ਤੇ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹ कैंडिडेट ने वो अपना जोड़ा वीज़ा है अपनी PR है वो लै सकते हैं। पायलट प्रोग्राम्स गवर्नमेंट ऑफ कैनेडा ने स्टार्ट किए हैं। ये नवे प्रोग्राम्स ने हले इन्हां दा सक्सैसफुल किन्ना आउटकम हैगा इट इज़ नॉट डिटरमिनड, इसलिए इन्हां नूं पायलट प्रोग्राम किया जाता है। इसकी ज़रूरत क्यों पैंदी है कि जिहड़ी एक कन्वेंशनल स्ट्रीम हैगी है जिन्हों असी एक्सप्रैस एंट्री करने हैं, फैडरल स्किल्ड वर्कर या प्रोविंशियल नॉमिनी प्रोग्राम्स करने हैं, उस तो इलावा भी गवर्नमेंट चाहती है कि होर इमीग्रेंट्स कैनेडा च दाखिल होन। कुछ पर्टिकुलर एरियाज़ नूं ओह ज़्यादा वसाना चाहते हैं जिथे पापूलेशन घट है। पापूलेशन घट होने के फैक्टर्स बहुत सारे हो सकते हैं कि लोग उतों माइग्रेट कर गए, होर वड्डे शहरों च चले गए, क्लाइमेट एडवर्सिटीज़, एक्सट्रीम क्लाइमेटिक कंडीशंस जिदा कि यूकॉन हो गया या एटलांटिक प्रोविंसेस हो गए, माइनस च टैंपरेचर है। सो यंग पापूलेशन उत्थे रहना प्रैफर नहीं करती। सो गवर्नमेंट चाहती है कि उत्थे इमीग्रेंट्स नूं अट्रैक्ट ਕਰਨ ਦੇ ਲਈ ਕੁਝ ਈਜ਼ੀ ਪ੍ਰੋਗਰਾਮਸ ਉਹ ਦੇਣ ਜਿਨ੍ਹਾਂ ਨੂੰ ਉਹਨਾਂ ਨੇ ਪਾਇਲਟ ਪ੍ਰੋਗਰਾਮ ਦਾ ਨਾਮ ਲਿੱਤਾ ਹੈ। ਅੱਜ ਅਸੀਂ 3 ਪ੍ਰੋਗਰਾਮਸ ਦੇ ਬਾਰੇ ਡਿਸਕਸ ਕਰਾਂਗੇ। ਐਟਲਾਂਟਿਕ ਇਮੀਗ੍ਰੈਂਟ ਪਾਇਲਟ ਪ੍ਰੋਗਰਾਮ AIP, ਸੈਕੰਡ ਗੱਲ ਕਰਾਂਗੇ RNIP ਰੂਰਲ ਐਂਡ ਨਾਰਦਰਨ ਇਮੀਗ੍ਰੇਸ਼ਨ ਪਾਇਲਟ, ਐਂਡ ਥਰਡ ਗੱਲ ਕਰਾਂਗੇ ਯੂਕॉन ਪ੍ਰੋਵਿੰਸ ਹੈ ਕੈਨੇਡਾ ਦਾ। ਔਰ ਇਹ ਤਿੰਨੋਂ ਪ੍ਰੋਗਰਾਮਸ ਦੀ ਤੁਹਾਨੂੰ ਪੂਰੀ ਡਿਟੇਲ 'ਚ ਜਾਣਕਾਰੀ ਤੁਹਾਨੂੰ ਅੱਜ ਅਸੀਂ ਦੇਵਾਂਗੇ। ਦੀਪਕ ਜੀ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ AIPP ਜਿਹੜਾ ਪਲਾਨ ਹੈ ਕਿਹੜੀਆਂ ਖਾਸ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਪਲਾਨ ਨੂੰ ਡਿਜ਼ਾਈਨ ਕੀਤਾ ਗਿਆ। ਇਹਦਾ ਜੋ ਇਹਦਾ ਮੋਟਿਵ ਆ ਕੌਣ ਇਹਦੇ 'ਚ ਅਪਲਾਈ ਕਰ ਸਕਦਾ ਆ, ਇਹਦੇ ਕੀ ਇਹਦਾ ਸਟਰਕਚਰ ਕਿੱਦਾਂ ਦਾ ਆ, ਤੁਸੀਂ ਹੁਣ ਇਹਦੇ ਬਾਰੇ ਚਾਨਣ ਪਾਓ। देखिए एटलांटिक प्रोविंस ਜਿਹੜੇ ਹੈਗੇ ਹੈ 4 प्रोविंसेस ਨੂੰ ਮਿਲ ਕੇ ਇਹ ਪ੍ਰੋਗਰਾਮ ਬਣਾਇਆ ਗਿਆ ਹੈ। ਸੂਬੇ ਜਿਨ੍ਹਾਂ ਨੂੰ ਕਹਿੰਦੇ ਐਟਲਾਂਟਿਕ ਪ੍ਰੋਵਿੰਸਸ, ਜਿਹਦੇ ਵਿੱਚ ਨਿਊ ਬ੍ਰੰਸਵਿਕ पहला सूबा है, दूसरा है नोवा स्कोशिया, थर्ड है न्यू फाउंडलैंड एंड लैब्राडोर, एंड फोर्थ इज़ प्रिंस एडवर्ड आइलैंड। ये चारों प्रोविंसेस नूं मिला के प्रोग्राम बनाया गया जस्ट टू इनक्रीज द इमीग्रेंट पापूलेशन इन दीज प्रोविंसेस। ठंडे इलाके ने माइनस च टैंपरेचर रहिंदा है, आबादी ज़्यादा नहीं। गवर्नमेंट चाहती है कि हर बंदा टोरंटो या वैंकूवर ना जाए, इन्हां प्रोविंसेस नूं भी उन्हां दा एडिक्वेट शेयर मिले इमीग्रेंट्स का। और उत्थे दे जिहड़े व्यापारी ने, जिहड़े इंप्लॉयर्स ने, ਉਹ ਇਸ ਵੇਲੇ ਬਹੁਤ ਮੁਸ਼ਕਿਲ 'ਚ ਨੇ। ਦੇ ਆਰ ਔਨ ਦਾ ਵਰਜ ਆਫ ਡਿਸਕੰਟੀਨਿਊਇੰਗ ਦੇਅਰ ਐਗਜ਼ਿਸਟਿੰਗ ਬਿਜ਼ਨੈਸਿਸ, ਕਿਉਂਕਿ ਉਹਨਾਂ ਨੂੰ ਮੈਨ ਪਾਵਰ ਨਹੀਂ ਮਿਲ ਰਹੀ, ਬੰਦੇ ਨਹੀਂ ਮਿਲ ਰਹੇ, ਯੰਗ ਜਨਰੇਸ਼ਨ ਹੈ ਨਹੀਂ ਉੱਥੇ ਕੰਮ ਕਰਨ ਦੇ ਲਈ, ਜਿਹੜੀ ਸੀਗੀ ਉਹ ਬਾਕੀ ਦੂਸਰੇ ਪ੍ਰੋਵਿੰਸਿਸ ਦੇ ਵਿੱਚ, ਟੈਰੀਟਰੀਜ਼ ਦੇ ਵਿੱਚ ਮੂਵ ਕਰ ਗਈ ਹੈ। ਸੋ ਗਵਰਨਮੈਂਟ ਨੇ ਇਹ ਦੇਖਦੇ ਹੋਏ ਪਾਇਲਟ ਪ੍ਰੋਗਰਾਮ ਲਾਂਚ ਕੀਤਾ ਸੀਗਾ ਬਾय ਦ ਨੇਮ ਆਫ ਐਟਲਾਂਟਿਕ ਇਮੀਗ੍ਰੈਂਟ ਪਾਇਲਟ 2017 ਦੇ ਵਿੱਚ, ਜਿਹੜਾ ਕਿ 3 ਸਾਲ ਲਈ ਲਾਂਚ ਕੀਤਾ ਸੀ। 2020 ਤੱਕ ਇਹਦੀ ਮਿਆਦ ਸੀਗੀ, ਬਟ ਇਹ ਇੰਨਾ ਸਕਸੈਸਫੁਲ ਰਿਹਾ ਹੈ ਇਮੀਗ੍ਰੈਂਟਸ ਨੂੰ ਅਟਰੈਕਟ ਕਰਨ ਦੇ ਲਈ ਔਰ ਵੀਜ਼ਾ ਗ੍ਰਾਂਟ ਦੇ ਲਈ, ਜਿਹਨੂੰ ਦੇਖਦੇ ਹੋਏ ਇਹਨੂੰ ਫਰਦਰ ਐਕਸਟੈਂਡ ਕੀਤਾ ਗਿਆ ਟਿਲ ਦਸੰਬਰ 2021। ਇਹਦੇ ਵਿੱਚ ਉਹਨਾਂ ਨੇ ਬਹੁਤ ਰਿਲੈਕਸ ਕ੍ਰਾਈਟੀਰੀਆਜ਼ ਰੱਖੇ ਨੇ, ਅੱਛੇ ਟਾਰਗੇਟਸ ਰੱਖੇ ਹੈ। ਨੰਬਰ ਆਫ ਇਮੀਗ੍ਰੈਂਟਸ ਜਿਨ੍ਹਾਂ ਨੂੰ ਐਡਮਿਸ਼ਨ ਦੇਣੀ ਹੈ ਉਹਨਾਂ ਨੇ ਪਰਮਾਨੈਂਟ ਰੈਜ਼ੀਡੈਂਸ ਬੇਸਿਸ 'ਤੇ, ਉਹਨਾਂ ਨੂੰ ਸਿਰਫ ਜ਼ਰੂਰੀ ਹੈ ਕਿ ਉੱਥੇ ਹੀ ਰਹਿਣ, ਉੱਥੇ ਕੰਮ ਕਰਨ, ਕੰਮ ਮੌਜੂਦ ਹੈ, ਇੰਪਲੋਇਰਸ ਆਰ ਰੈਡੀ ਟੂ ਟੇਕ। ਐਟਲਾਂਟਿਕ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਜਦੋਂ ਇਹ ਪ੍ਰੋਗਰਾਮ ਲਾਂਚ ਕੀਤਾ ਸੀ 7000 ਲੋਕਾਂ ਨੂੰ ਇਮੀਗ੍ਰੇਸ਼ਨ ਦਿੱਤੀ ਗਈ, ਅਤੇ ਜਿਹੜਾ ਐਕਸਟੈਂਸ਼ਨ ਮਿਲੀ 1 ਸਾਲ ਦੇ ਹੋਰ, ਇਹਨਾਂ ਨੇ ਟਾਰਗੇਟ ਰੱਖਿਆ 1000 ਲੋਕਾਂ ਨੂੰ
ਇਹਨਾਂ ਨੇ ਫਰਦਰ ਇਨਵਾਈਟ ਕਰਨਾ ਹੈ ਟੂ ਗੈਟ ਪਰਮਨੈਂਟ ਰੈਜ਼ੀਡੈਂਸੀ। ਪ੍ਰੋਗਰਾਮ ਦੀ ਬਹੁਤ ਅੱਛਾ ਫੀਚਰ ਹੈਗਾ ਕਿ ਫੈਮਿਲੀ ਪੀਆਰ ਹੈ, ਤੁਸੀਂ ਆਪਣੀ ਵਾਈਫ ਆਪਣੇ ਬੱਚਿਆਂ ਦੇ ਨਾਲ ਉੱਥੇ ਲੀਗਲੀ ਪਰਮਨੈਂਟਲੀ ਸੈਟਲ ਹੋ ਸਕਦੇ ਹੋ। ਕੰਮ ਦੀ ਕਮੀ ਨਹੀਂ ਹੈ, ਇੰਪਲੋਇਰਸ ਖੁਦ ਲੱਭ ਰਹੇ ਨੇ ਲੋਕਾਂ ਨੂੰ ਜਿਹੜੇ ਉੱਥੇ ਆ ਕੇ ਪਰਮਨੈਂਟ ਸੈਟਲ ਹੋਣ ਔਰ ਉੱਥੇ ਉਹਨਾਂ ਦੇ ਬਿਜ਼ਨੈਸਿਸ ਦੇ ਵਿੱਚ ਕੰਮ ਕਰ ਸਕਣ, ਉਹਨਾਂ ਨੂੰ ਕੰਟੀਨਿਊ ਕਰ ਸਕਣ। ਸੋ ਬਹੁਤ ਹੀ ਅੱਛਾ ਪ੍ਰੋਗਰਾਮ ਹੈ। ਆਈਲੈਟਸ ਦੀ ਰਿਕੁਆਇਰਮੈਂਟ ਬਹੁਤ ਘੱਟ ਹੈ, ਈਵਨ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੈ, ਕੋਈ ਫੈਂਸੀ ਡਿਗਰੀਜ਼ ਡਿਪਲੋਮਾਜ਼ ਨਹੀਂ ਚਾਹੀਦੇ। ਸੋ ਉਹਦੇ ਬਾਰੇ ਗੱਲ ਕਰਾਂਗੇ ਐਲੀਜੀਬਿਲਟੀ ਫੈਕਟਰਸ ਦੇ ਵਿੱਚ, ਬਟ ਇਸ ਵੇਲੇ ਬਹੁਤ ਹੀ ਸਕਸੈਸਫੁਲ ਪ੍ਰੋਗਰਾਮ ਹੈ, ਸਪੈਸ਼ਲੀ ਇਨ ਹਸਪਿਟੈਲਿਟੀ ਇੰਡਸਟਰੀ, ਇਨ ਟਰਾਂਸਪੋਰਟੇਸ਼ਨ ਇੰਡਸਟਰੀ as well as in other various occupations। ਬਹੁਤ ਸਾਰੇ ਕੈਟੇਗਰੀਜ਼ occupations open ਹੈ ਜਿਹਦੇ ਥਰੂ ਤੁਸੀਂ ਅਪਲਾਈ ਕਰਕੇ PR ਲੈ ਸਕਦੇ ਹੋ। ਜੀ ਗੱਲ ਕੀਤੀ ਤੁਸੀਂ ਐਲੀਜੀਬਿਲਟੀ ਦੀ, ਕਿਹੜੇ ਕੈਂਡੀਡੇਟ ਨੇ ਜਿਹੜੇ ਐਲੀਜੀਬਲ ਨੇ, ਕੁਆਲੀਫਿਕੇਸ਼ਨ ਦਾ ਕਿੰਨਾ ਕੁ ਰੋਲ ਆ, ਮਿਨੀਮਮ ਜਿਹੜੀ ਕੁਆਲੀਫਿਕੇਸ਼ਨ ਆ ਉਹ ਕਿਹੜੀ ਚਾਹੀਦੀ ਆ? 12 ਸਾਲ ਦੀ ਪੜ੍ਹਾਈ ਮਿਨੀਮਮ ਚਾਹੀਦੀ ਹੈ ਬਿਕੋਜ਼ ECA ਇਜ਼ ਇੰਪੋਰਟੈਂਟ, ਐਜੂਕੇਸ਼ਨ ਕ੍ਰੈਡੈਂਸ਼ੀਅਲ ਅਸੈਸਮੈਂਟ। ਕੈਨੇਡਾ ਦੇ ਲਈ ਤੁਸੀਂ PR ਅਪਲਾਈ ਕਰਨੀ ਹੈ ਤਾਂ ECA ਇਜ਼ ਦਾ ਬੇਸ। ਵਟ ਇਜ਼ ਯੋਰ ਲੈਵਲ ਆਫ ਐਜੂਕੇਸ਼ਨ ਯੂ ਹੈਵ ਓਬਟੇਨਡ ਆਊਟਸਾਈਡ ਕੈਨੇਡਾ, ਇਟਸ ਇਕੁਇਲੈਂਸੀ ਇਨ ਕੈਨੇਡਾ, ਉਹਨੂੰ ਡਿਟਰਮਿਨ ਕਰਨ ਲਈ 12 ਸਾਲ ਦੀ ਪੜ੍ਹਾਈ ਜ਼ਰੂਰੀ ਹੈ। ਬਟ ਦੈਟ ਡਜ਼ਨਟ ਮੀਨ ਕਿ ਹਰ ਇੱਕ 12 ਸਾਲ ਦੀ ਪੜ੍ਹਾਈ ਕਰਨ ਵਾਲਾ ਇਮੀਗ੍ਰੇਸ਼ਨ ਲਈ ਐਲੀਜੀਬਲ ਹੈ। ਦੈਟ ਇਜ਼ ਦਾ ਮਿਨੀਮਮ ਰਿਕੁਆਇਰਮੈਂਟ। ਜੇ ਤੁਹਾਡਾ ਆਕੂਪੇਸ਼ਨ ਲੈਟਸ ਸੇ ਅਕਾਊਂਟੈਂਟ ਹੋ ਤਾਂ ਅਕਾਊਂਟੈਂਟ ਲਈ ਉਹਨਾਂ ਨੇ ਡਿਫਾਈਨ ਕੀਤਾ ਹੋਇਆ ਕਿ ਤੁਹਾਡੇ ਕੋਲ ਬੈਚਲਰਸ ਇਨ ਕਾਮਰਸ ਹੋਣਾ ਚਾਹੀਦਾ, ਲਾਈਕ ਦਿਸ, ਰਾਈਟ। IELTS ਦੀ ਰਿਕੁਆਇਰਮੈਂਟ ਬਹੁਤ ਹੀ ਰਿਲੈਕਸਡ ਹੈ, CLB ਲੈਵਲ 4 ਬਹੁਤ ਈਜ਼ੀਲੀ ਹਰ ਬੰਦਾ ਜਿਹੜਾ ਕਿ 8 ਪੜ੍ਹਿਆ, 10 ਪੜ੍ਹਿਆ, 12 ਪੜ੍ਹਿਆ, ਉਹ ਬਹੁਤ ਕੰਫਰਟੇਬਲੀ ਕਲੀਅਰ ਕਰ ਸਕਦਾ ਹੈ। ਸੋ ਇਹ ਦੋ ਮੇਜਰ ਰਿਕੁਆਇਰਮੈਂਟਸ ਹੈ ਜੇ ਸਿਰਫ ਆਪਾਂ ਐਜੂਕੇਸ਼ਨ ਔਰ ਲੈਂਗੁਏਜ ਪ੍ਰੋਫੀਸ਼ੀਐਂਸੀ ਦੀ ਗੱਲ ਕਰੀਏ। ਲੇਕਿਨ ਮੇਨ ਰਿਕੁਆਇਰਮੈਂਟ ਇਜ਼ ਜੌਬ offer from a designated employer of this province। ਤੁਹਾਨੂੰ ਇੱਕ designated ਮਤਲਬ approved employer in the Atlantic provinces, if he agrees to offer you a job, then only you can participate in this program, not otherwise। ਹਾਈਲਾਈਟਿੰਗ ਫੈਕਟਰ ਕੀ ਹੈ? ਜੌਬ ਆਫਰ ਦੇ ਹੋਰ ਬਹੁਤ ਸਾਰੇ ਪ੍ਰੋਗਰਾਮਸ ਹੈ, ਪੂਰੇ ਕੈਨੇਡਾ ਦੇ ਸਾਰੇ ਪ੍ਰੋਵਿੰਸਿਸ ਦੇ ਰਹੇ, ਪਰ ਉਹਨਾਂ ਲਈ LMIA ਚਾਹੀਦੀ ਹੈ, ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਅਥਾਰਟੀ ਹੈ, ਜਿਹੜਾ ਕਿ ਉਸ ਜੌਬ ਆਫਰ ਨੂੰ ਵੈਲੀਡੇਟ ਕਰਦਾ ਹੈ। ਉਹ ਬਹੁਤ ਹੀ ਟੀਡੀਅਸ ਪ੍ਰੋਸੈਸ ਹੈ, ਕੰਪਲਿਕੇਟਿਡ ਪ੍ਰੋਸੈਸ ਹੈ। AIPP ਦੇ ਵਿੱਚ ਉਹਨੂੰ ਇਹਨਾਂ ਨੇ ਖਤਮ ਕਰ ਦਿੱਤਾ ਹੈ। ਸਿਰਫ ਡੈਜ਼ਿਗਨੇਟਿਡ ਇੰਪਲੋਇਰ ਕੈਨ offer you a job based on which you can apply for permanent residency। ਜੀ ਤੁਹਾਨੂੰ ਕੋਈ ਵੀ ਕੁਐਰੀ ਚਾਹੀਦੀ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਬਾਰ-ਬਾਰ ਫਲੈਸ਼ ਕੀਤਾ ਜਾ ਰਿਹਾ ਹੈ, ਤੁਸੀਂ ਇਹਨਾਂ ਨਾਲ ਫੋਨ ਕਰਕੇ ਰਾਬਤਾ ਕਰ ਸਕਦੇ ਹੋ। ਦੱਸ ਦਈਏ ਕਿ WWICS ਜਿਹੜੀ ਕੰਪਨੀ ਹੈ ਇਹ ਲਾਇਸੈਂਸ ਇਮੀਗ੍ਰੇਸ਼ਨ ਹੈ, ਇਹਨਾਂ ਕੋਲ ਕਿਸੇ ਵੀ ਤਰੀਕੇ ਦੀ ਕੋਈ ਧੋਖਾਧੜੀ ਨਹੀਂ ਹੈ। 1.5 ਲੱਖ ਤੋਂ ਉੱਪਰ ਇਹ ਵੀਜ਼ੇ ਲਵਾ ਚੁੱਕੇ ਨੇ। ਇਸ ਦੇ ਨਾਲ ਹੀ ਵੱਧਦੇ ਹਾਂ ਅਗਲੇ ਸਵਾਲ ਵੱਲ, ਤਾਂ ਇਹਦੀ ਸਰ ਜਿਹੜਾ PR ਹੈ, PR ਦਾ ਟਾਈਮ ਕਿੰਨਾ ਕੁ ਲੱਗ ਸਕਦਾ ਆ ਇਸ ਪ੍ਰੋਸੈਸ ਦੇ ਜ਼ਰੀਏ? ਇਹ 2 ਸਟੇਜ ਪ੍ਰੋਸੈਸਿੰਗ ਹੈ। ਫਸਟ ਸਟੇਜ ਪ੍ਰੋਸੈਸਿੰਗ ਇੰਪਲੋਇਰ ਨੇ ਕਰਨੀ ਹੁੰਦੀ ਹੈ ਫਰੋਮ ਦਾ ਐਟਲਾਂਟਿਕ ਪ੍ਰੋਵਿੰਸਿਸ। ਉਹਨੂੰ ਟਾਈਮ ਲੱਗਦਾ ਤਕਰੀਬਨ 2 ਤੋਂ 4 ਮਹੀਨੇ, ਵਿਚ ਇਨਕਲੂਡਸ ਆਫਰਿੰਗ ਆਫ ਜੌਬ ਐਂਡ ਫੋਲੋਡ ਬਾਈ ਸੈਟਲਮੈਂਟ ਪਲਾਨ ਤੇ ਐਂਡੋਰਸਮੈਂਟ ਸਰਟੀਫਿਕੇਸ਼ਨ। ਐਂਡੋਰਸਮੈਂਟ ਆਉਣ ਤੋਂ ਬਾਅਦ ਡਾਇਰੈਕਟ PR ਦੀ ਫਾਈਲ ਲੱਗਦੀ ਹੈ ICRC ਦੇ ਵਿੱਚ, ਉਹਨੂੰ ਪ੍ਰੋਸੈਸਿੰਗ ਟਾਈਮ ਲੱਗਦਾ ਤਕਰੀਬਨ 12 ਮਹੀਨੇ ਦਾ। ਓਵਰਆਲ ਟੋਟੈਲਿਟੀ 1.5 ਸਾਲ ਦੇ ਵਿੱਚ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲ ਜਾਂਦੀ ਹੈ। ਜੀ WWICS ਜਿਹੜੀ ਕੰਪਨੀ ਹੈ ਇਹ ਕਿਸ ਤਰੀਕੇ ਦੇ ਨਾਲ ਹੈਲਪ ਕਰਦੀ ਹੈ ਇਸ ਪ੍ਰੋਸੈਸ ਰਾਹੀਂ PR ਲੈਣ ਲਈ? WWICS ਵਰਲਡਸ ਲਾਰਜੈਸਟ ਇਮੀਗ੍ਰੇਸ਼ਨ ਕੰਸਲਟੈਂਸੀ ਇੱਕ ਲਾਇਸੈਂਸਡ ਕੰਸਲਟੈਂਸੀ ਹੈ ਜਿਹੜੀ ਹੈਲਪ ਕਰਦੀ ਹੈ ਤੁਹਾਨੂੰ ਟੈਕਨੀਕਲੀ ਇਵੈਲੂਏਟ ਕਰਨ ਦੇ ਲਈ ਕਿ ਤੁਸੀਂ ਇਸ ਪ੍ਰੋਗਰਾਮ ਲਈ ਐਲੀਜੀਬਲ ਹੋ ਜਾਂ ਨਹੀਂ ਹੋ। ਸੈਕੰਡਲੀ, getting a job offer is one of the major aspects of this program। job offer ਤੁਹਾਨੂੰ ਕੋਈ ਨਿਊਜ਼ਪੇਪਰ ਐਡ 'ਚ ਨਹੀਂ ਮਿਲਣੀ, ਉਹਦੇ ਲਈ you need to market your skills, you need to market your resume with the potential employers in these Atlantic provinces। ਉਹਦੇ ਵਿੱਚ ਸਾਡੀ ਟੀਮ ਐਕਸਪਰਟਸ ਦੀ ਤੁਹਾਨੂੰ ਹੈਲਪ ਕਰਦੀ ਹੈ ਤੁਹਾਡੇ ਰਿਜ਼ਿਊਮ ਨੂੰ ਕੈਨੇਡੀਅਨ ਸਟੈਂਡਰਡਸ ਦੇ ਹਿਸਾਬ ਨਾਲ ਫਾਰਮੈਟ ਕਰਨ ਤੋਂ ਇਲਾਵਾ ਉਹਨੂੰ ਉੱਥੇ ਸਰਕੂਲੇਟ ਕਰਨਾ ਤਾਂ ਕਿ ਪੋਟੈਂਸ਼ੀਅਲ ਇੰਪਲੋਇਰ ਨੂੰ ਰੀਚ ਹੋ ਸਕੇ ਔਰ ਉਹ ਤੁਹਾਨੂੰ ਕੰਟੈਕਟ ਕਰ ਸਕਣ ਐਜ਼ ਪਰ ਦੇਅਰ ਰਿਕੁਆਇਰਮੈਂਟ। ਜਦੋਂ ਉਹਦੀ ਰਿਕੁਆਇਰਮੈਂਟ ਔਰ ਤੁਹਾਡੇ ਸਕਿੱਲਸ ਮੈਚ ਕਰਦੇ ਹੈ then they offer you a job। ਉਹ ਇੱਕ ਮੇਜਰ ਸਟੈਪਿੰਗ ਸਟੋਨ ਹੈਗਾ ਜਿਸ ਤੋਂ ਬਾਅਦ ਹੀ ਤੁਸੀਂ PR ਲਈ ਐਲੀਜੀਬਲ ਹੁੰਦੇ ਹੋ। ਸੋ WWICS ਹੈਲਪ ਕਰਦਾ ਹੈ ਤੁਹਾਡੀ ਸਾਰੀ ਮਾਰਕੀਟਿੰਗ ਦੇ ਲਈ, ਰਿਜ਼ਿਊਮੇ ਮਾਰਕੀਟਿੰਗ ਲਈ ਔਰ ਜੌਬ ਆਫਰ ਲੈਣ ਦੇ ਲਈ। ਨਾਟ ਓਨਲੀ ਦੈਟ, ਸੈਟਲਮੈਂਟ ਪਲਾਨ ਕਿੱਦਾਂ ਬਣਵਾਉਣਾ ਹੈਗਾ ਫੋਲੋਡ ਬਾਈ ਪਰਮਾਨੈਂਟ ਰੈਜ਼ੀਡੈਂਸੀ ਕਿਵੇਂ ਅਪਲਾਈ ਕਰਨੀ ਹੈ, ਇਹ ਸਭ ਕੁਝ ਅਸੀਂ ਤੁਹਾਨੂੰ ਕਰਕੇ ਦਿੰਦੇ ਹਾਂ। ਜੀ ਇਹਨਾਂ ਪ੍ਰੋਗਰਾਮ ਰਾਹੀਂ ਕੈਨੇਡਾ ਵਿੱਚ ਸੈਟਲ ਹੋਣਾ ਬਹੁਤ ਆਸਾਨ ਹੋ ਚੁੱਕਿਆ ਹੈ। ਇਸ ਦੇ ਨਾਲ ਅਸੀਂ ਵੱਧਦੇ ਹਾਂ ਅਗਲੇ ਪਾਇਲਟ ਪ੍ਰੋਗਰਾਮ ਵੱਲ। RNIP ਜੋ ਹੈ ਇਹਦੀ ਸਰ ਕੀ ਥਿਊਰੀ ਹੈ, ਇਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ। RNIP ਕਮਿਊਨਿਟੀ ਬੇਸਡ ਪ੍ਰੋਗਰਾਮ ਹੈ, ਰੂਰਲ ਐਂਡ ਕਮਿਊਨਿਟੀ
ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਕਮਿਊਨਿਟੀਜ਼ ਜਦੋਂ ਆਪਾਂ ਕਹਿੰਦੇ ਹਾਂ ਕਾਰਪੋਰੇਸ਼ਨਸ ਸਮਾਲ ਟਾਊਨਸ ਜਿਨ੍ਹਾਂ ਦੀ ਆਬਾਦੀ 75,000 ਤੋਂ ਲੈ ਕੇ 2.5 ਲੱਖ ਲੋਕਾਂ ਦੀ ਹੈ ਆਪਾਂ ਇੱਥੇ ਉਹਨਾਂ ਨੂੰ ਸਮਾਲ ਟਾਊਨਸ ਕਹਿ ਦਿੰਦੇ ਹਾਂ, ਉਹ ਕਮਿਊਨਿਟੀਜ਼ ਕਹਿੰਦੇ ਨੇ। ਹਰ ਇੱਕ ਪ੍ਰੋਵਿੰਸ ਦੇ ਵਿੱਚ ਉਹਨਾਂ ਨੇ ਕੁਝ ਕਮਿਊਨਿਟੀਜ਼ ਆਈਡੈਂਟੀਫਾਈ ਕੀਤੀਆਂ ਵਿਚ ਆਰ ਟੋਟਲ 11 ਇਨ ਨੰਬਰ। ਓਨਟਾਰੀਓ ਦੇ ਵਿੱਚ 5 ਕਮਿਊਨਿਟੀਜ਼ ਹੈ ਲਾਈਕ ਦਿਸ, ਸਸਕੈਚੁਅਨ 'ਚ ਹੈ, ਮੈਨੀਟੋਬਾ 'ਚ ਹੈ, ਬ੍ਰਿਟਿਸ਼ ਕੋਲੰਬੀਆ 'ਚ 2 ਹੈ, ਐਲਬਰਟਾ ਦੇ ਵਿੱਚ ਹੈ। ਇਹਨਾਂ ਕਮਿਊਨਿਟੀਜ਼ ਦਾ ਆਪਣਾ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ, ਰਿਕੁਆਇਰਮੈਂਟ ਸੇਮ ਹੈ। ਜੌਬ ਆਫਰ ਫਰੋਮ ਦ ਅਪਰੂਵਡ EMPLOYER ਆਫ ਅ ਕਮਿਊਨਿਟੀ ਅਗਰ ਤੁਹਾਨੂੰ ਉੱਥੋਂ ਮਿਲ ਜਾਂਦੀ ਹੈ ਫੋਲੋਡ ਬਾਏ community certification and direct permanent residency ਤੁਸੀਂ eligible ਹੁੰਦੇ ਹੋ to get permanent residency। IELTS requirement ਤੇ education requirement ਬਹੁਤ ਹੀ relaxed ਨੇ, ਤੁਹਾਨੂੰ ਕੋਈ 6 ਬੈਂਡ 7 ਬੈਂਡ 8 ਬੈਂਡ ਕਰਨ ਦੀ ਜ਼ਰੂਰਤ ਨਹੀਂ ਹੈ for getting admissible to this RNIP program। ਜੇਕਰ ਗੱਲ ਕਰੀਏ ਕੁਆਲੀਫਿਕੇਸ਼ਨ ਦੀ ਤੇ ਐਲੀਜੀਬਿਲਟੀ ਕ੍ਰਾਈਟੇਰੀਆ ਦੀ, ਇਹਦਾ ਕੀ ਸਟਰਕਚਰ ਰਹਿੰਦਾ ਆ? ਇਹਨਾਂ ਪ੍ਰੋਗਰਾਮਸ ਦੇ ਵਿੱਚ ਨਾ ਇਹ ਚੀਜ਼ ਕਾਮਨ ਨੇ, ਚਾਹੇ ਐਜੂਕੇਸ਼ਨ ਹੈ ਚਾਹੇ ਲੈਂਗੁਏਜ ਪ੍ਰੋਫੀਸ਼ੀਐਂਸੀ ਹੈ, ਇਹ ਬਹੁਤ ਲੋ ਲੈਵਲ ਵਾਲੇ ਵੀ ਕੁਆਲੀਫਾਈ ਕਰ ਸਕਦੇ। 12 ਸਾਲ ਦੀ ਪੜ੍ਹਾਈ ਸਫੀਸ਼ੀਐਂਟ ਹੈ ਮਿਨੀਮਮ। ਇਫ ਯੂ ਆਰ ਹੈਵਿੰਗ ਅ ਬੈਟਰ ਐਜੂਕੇਸ਼ਨ ਇਟ ਵੁੱਡ ਬੀ ਐਨ ਐਡਿਡ ਐਡਵਾਂਟੇਜ। ਅਦਰਵਾਈਜ਼ IELTS ਦੀ ਰਿਕੁਆਇਰਮੈਂਟ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸੀ AIPP ਦੇ ਵਿੱਚ ਇਟ ਇਜ਼ CLB level 4। ਸਿਮਿਲਰਲੀ ਇਹਦੇ ਵਿੱਚ ਵੀ ਡਿਪੈਂਡਿੰਗ ਔਨ ਯੂਰ ਆਕੂਪੇਸ਼ਨ ਇਟ ਵੇਰੀਜ਼ ਫਰੋਮ 4 ਬੈਂਡਸ ਟੂ 6 ਬੈਂਡਸ ਓਨਲੀ, ਜਿਹੜਾ ਕਿ ਈਜ਼ੀ ਹੈ ਮੀਟ ਕਰਨਾ। ਐਕਸਪੀਰੀਅੰਸ 1 ਸਾਲ ਦਾ ਚਾਹੀਦਾ ਹੈ, ਰਾਈਟ। ਕਮਿਊਨਿਟੀ ਨੂੰ ਅਪਰੋਚ ਕਰਨਾ, ਜੌਬ ਆਫਰ EMPLOYER ਦਵੇ ਉਸ ਕਮਿਊਨਿਟੀ ਤੋਂ, ਤੁਸੀਂ ਉਹਦੇ ਨਾਲ ਕੰਟਰੈਕਟ ਕਰਦੇ ਹੋ ਕਿ ਮੈਂ ਇੱਥੇ ਆਵਾਂਗਾ, ਕਮਿਊਨਿਟੀ 'ਚ ਹੀ ਸਰਵ ਕਰਾਂਗਾ ਔਰ 2 ਸਾਲ ਇੱਥੇ ਮੇਰੀ ਫੈਮਿਲੀ ਔਰ ਮੈਂ ਰਵਾਂਗੇ। ਬੇਸਡ ਔਨ ਵਿਚ ਉਹ ਕਮਿਊਨਿਟੀ ਦੀ ਸਰਟੀਫਿਕੇਸ਼ਨ ਐਂਡੋਰਸਮੈਂਟ ਲਈ EMPLOYER ਅਪਲਾਈ ਕਰਦਾ। ਵੰਸ ਯੂ ਗੈਟ ਦਾ ਐਂਡੋਰਸਮੈਂਟ ਤੁਸੀਂ ਡਾਇਰੈਕਟ PR ਫਾਈਲ ਕਰਦੇ ਹੋ ਐਂਡ ਯੂ ਕੈਨ ਰੀਚ ਟੂ ਦੈਟ ਪਾਰਟੀਕੂਲਰ ਕਮਿਊਨਿਟੀ। ਇਸ ਪ੍ਰੋਗਰਾਮ ਦਾ ਐਕਸਪ੍ਰੈਸ ਐਂਟਰੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਕੋਈ CRS, ਕੋਈ ਇਨਵੀਟੇਸ਼ਨਸ, ਕੋਈ ਕੱਟ ਆਫ ਐਪਲੀਕੇਬਲ ਨਹੀਂ ਹੈ। ਸੋ ਦੈਟ ਇਜ਼ ਵਾਈ ਇਟ ਇਜ਼ ਗੇਨਿੰਗ ਮੋਰ ਐਂਡ ਮੋਰ ਅਟੈਂਸ਼ਨ ਟੂ ਦ ਸੀਕਰਸ ਆਫ ਪਰਮਨੈਂਟ ਰੈਜ਼ੀਡੈਂਸੀ ਇਨ ਕੈਨੇਡਾ। ਜੀ, ਕਿੰਨਾ ਕੁ ਪ੍ਰੋਸੈਸ ਹੈਗਾ ਆ PR ਹਾਸਿਲ ਕਰਨ ਦੇ ਵਿੱਚ? ਕਿੰਨੇ ਸਮੇਂ ਦੇ ਵਿੱਚ ਜਿਹੜਾ ਕੈਂਡੀਡੇਟ ਆ ਉਹ PR ਲੈ ਸਕਦਾ, ਤੇ ਕੀ ਪਰਿਵਾਰ ਦੀ PR ਵੀ ਉਹ ਨਾਲ ਲੈ ਸਕਦਾ, ਆਪਣੇ ਬੱਚਿਆਂ ਦੀ, ਵਾਈਫ ਦੀ, ਸਾਰਾ ਸਪਾਊਸ ਦਾ ਜਾਂ ਹਸਬੈਂਡ ਦਾ? ਜੀ ਬਿਲਕੁਲ, ਇਹ ਫੈਮਿਲੀ ਪਰਮਨੈਂਟ ਰੈਜ਼ੀਡੈਂਸੀ ਹੈ। PR ਮੀਨਸ ਫੈਮਿਲੀ, ਹਸਬੈਂਡ ਵਾਈਫ ਐਂਡ ਡਿਪੈਂਡੈਂਟ ਚਿਲਡਰਨ। 22 ਸਾਲ ਤੋਂ ਘੱਟ ਦੀ ਉਮਰ ਦੇ ਬੱਚੇ ਤੁਹਾਡੇ ਨਾਲ ਜਾਓਗੇ ਐਜ਼ ਅ ਪਾਰਟ ਆਫ ਯੋਰ ਫੈਮਿਲੀ। ਔਰ ਰਹੀ ਗੱਲ ਪ੍ਰੋਸੈਸਿੰਗ ਟਾਈਮ ਤੇ, ਉਹ ਸਾਰਾ ਡਿਪੈਂਡ ਕਰਦਾ ਹੈ ਕਿ ਕਿੰਨੀ ਦੇਰ 'ਚ ਤੁਹਾਨੂੰ ਜੌਬ ਆਫਰ ਮਿਲਦੀ ਹੈ। ਜੀ, ਐਲੀਜੀਬਿਲਿਟੀ ਕ੍ਰਾਈਟੇਰੀਆ ਤਾਂ ਟਫ ਹੈਗਾ ਮੀਟ ਕਰਨਾ ਕੁਝ ਕਮਿਊਨਿਟੀਜ਼ ਦਾ, ਬਟ ਓਵਰਆਲ ਇਟ ਇਜ਼ ਈਜ਼ੀਅਰ। ਫੈਡਰਲ ਦਾ ਅਲੱਗ ਕ੍ਰਾਈਟੇਰੀਆ ਹੈ, ਕਮਿਊਨਿਟੀਜ਼ ਦਾ ਅਲੱਗ ਹੈ। ਸੋ ਇਨ ਟੋਟੈਲਿਟੀ ਅਗਰ ਐਵਰੇਜ ਟਾਈਮ ਦੀ ਗੱਲ ਕਰੀਏ ਤਾਂ 12 ਤੋਂ 15 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈ, ਲੇਕਿਨ ਇਹਦੇ ਵਿੱਚ ਮੇਜਰ ਰੋਲ ਹੈਗਾ ਕਿੰਨੀ ਦੇਰ 'ਚ ਤੁਹਾਨੂੰ ਜੌਬ ਆਫਰ ਮਿਲਦੀ ਹੈ। ਆਫਟਰ ਗੈਟਿੰਗ ਅ ਜੌਬ ਆਫਰ ਪ੍ਰੋਬੇਬਲੀ 12 ਤੋਂ 15 ਮਹੀਨੇ 'ਚ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਮਿਲ ਜਾਂਦੀ ਹੈ। ਇਸ ਪਾਇਲਟ ਪ੍ਰੋਗਰਾਮ ਰਾਹੀਂ ਕੀ ਪ੍ਰੋਸੈਸ ਹੈ PR ਨੂੰ ਅਪਲਾਈ ਕਰਨ ਦਾ? ਸਭ ਤੋਂ ਪਹਿਲਾਂ ਤੁਸੀਂ ਡਿਟਰਮਿਨ ਕਰਨਾ ਆਪਣੀ ਫੈਡਰਲ ਐਲੀਜੀਬਿਲਿਟੀ ਨੂੰ। ਉਹ ਉਹਨਾਂ ਨੇ ਪੁਆਇੰਟ ਵਾਈਜ਼ ਦਿੱਤੀ ਹੋਈ ਹੈ ਕਿ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਤੁਹਾਡੇ ਕੋਲ EC ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਇੱਕ ਜੌਬ ਆਫਰ ਹੋਣੀ ਚਾਹੀਦੀ ਹੈ ਫਰੋਮ ਕਮਿਊਨਿਟੀ EMPLOYER, followed by settlement plan, settlement funds, ਇਹ ਸਭ ਕੁਝ ਤੁਹਾਡੇ ਕੋਲ ਹੋਣੇ ਚਾਹੀਦੇ ਆ। IELTS as per your occupation। ਉਸ ਤੋਂ ਬਾਅਦ ਆਉਂਦੀ ਹੈ ਕਮਿਊਨਿਟੀ ਦੀ ਐਲੀਜੀਬਿਲਿਟੀ ਫੈਕਟਰਸ। ਹਰ ਇੱਕ ਕਮਿਊਨਿਟੀ ਨੇ ਆਪਣਾ ਐਲੀਜੀਬਿਲਿਟੀ ਕ੍ਰਾਈਟੇਰੀਆ ਦਿੱਤਾ ਹੋਇਆ ਹੈ, ਜਿਹਦੇ ਵਿੱਚ ਕੁਝ ਪੁਆਇੰਟ ਸਿਸਟਮ ਵੀ ਹੈ। ਮੋਸਟਲੀ ਕਮਿਊਨਿਟੀਜ਼ ਦਾ ਪੁਆਇੰਟ ਸਿਸਟਮ ਨਹੀਂ ਹੈ, 2 ਜਾਂ 3 ਦਾ ਹੈਗਾ ਸਿਰਫ। ਸੋ ਉਹਨੂੰ ਅਗਰ ਆਪਾਂ ਮੀਟ ਕਰਦੇ ਹਾਂ ਔਰ ਤੁਹਾਡਾ ਆਕੂਪੇਸ਼ਨ ਅਗਰ ਉਸ ਕਮਿਊਨਿਟੀ ਦੇ ਵਿੱਚ ਲਿਸਟਡ ਹੈਗਾ ਇਨ ਦ ਡਿਮਾਂਡ ਲਿਸਟ ਕਿ EMPLOYER ਇਜ਼ ਲੁਕਿੰਗ ਟੂ ਹਾਇਰ ਦਿਸ ਪੋਜੀਸ਼ਨ of job, then you can apply for that particular job by registering yourself on the community portal. Community portal te register to baad employer can contact you, thodi interview hundi hai। If you are selected, thonu job offer danda hai, followed by the community recommendation will be initiated by the employer। Once it is given, then based on the community recommendation one can apply for permanent residency। बहुत ही अच्छा procedure है, बहुत simplified process हैगा जे ਇਹਨੂੰ ਬਹੁਤ ਧਿਆਨ ਨਾਲ ਕੀਤਾ ਜਾਵੇ। Eligibility main factor हैगा 11 communities ਚ ਕਿਹਦੇ ਵਿੱਚ ਤੁਸੀਂ eligible ਹੁੰਦੇ ਹੋ। For that you have to trust experts team which WWICS is there to manage। ਜੀ, ਬੜੇ ਹੀ ਸਧਾਰਨ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਨੇ ਦੀਪਕ ਜੀ ਸਾਨੂੰ ਦੱਸਦੇ ਪਏ ਨੇ, ਉਮੀਦ ਕਰਦੇ ਪਏ ਤੁਹਾਨੂੰ ਇਹ ਸਾਰੀਆਂ ਗੱਲਾਂ ਬੜੇ ਹੀ ਆਰਾਮ ਨਾਲ ਸਮਝ ਆ ਰਹੀਆਂ ਹੋਣਗੀਆਂ। ਫਿਰ ਵੀ ਜੇਕਰ ਕੋਈ ਗੱਲ ਤੁਹਾਨੂੰ ਸਮਝ ਨਹੀਂ ਆਈ ਹੈ ਤਾਂ ਤੁਸੀਂ ਆਪਣਾ ਫੋਨ ਚੁੱਕਣਾ ਹੈ, ਨੰਬਰ ਡਾਇਲ ਕਰਨਾ ਹੈ, ਇਹਨਾਂ ਨੂੰ ਫੋਨ ਕਰਨਾ ਹੈ, ਇਹਨਾਂ ਦੀ ਟੀਮ ਤੋਂ ਟਾਈਮ ਲੈਣਾ ਹੈ, ਤੇ ਉਹ ਟੀਮ ਦੇ ਟਾਈਮ ਦੇ ਨਾਲ ਤੁਸੀਂ ਆਪਣਾ ਟਾਈ ਅਪ ਕਰਨਾ ਹੈ, ਤੇ ਜੋ ਵੀ ਤੁਹਾਡੀਆਂ
ਕੁਐਰੀਜ਼ ਨੇ ਤੁਸੀਂ ਉਹਨਾਂ ਨੂੰ ਪੁੱਛਣੀਆਂ ਨੇ ਤਾਂ ਕਿ ਤੁਹਾਡੀਆਂ ਸਮੱਸਿਆ ਦਾ ਸਮਾਧਾਨ ਹੋ ਸਕੇ। ਦੱਸ ਦਈਏ ਕਿ 1.5 ਲੱਖ ਤੋਂ ਉੱਪਰ ਵੀਜ਼ੇ ਲੱਗ ਚੁੱਕੇ ਨੇ। ਬਾਰ-ਬਾਰ ਮੈਨੂੰ ਕਹਿਣ ਦੀ ਲੋੜ ਨਾ ਪਵੇ ਕਿ ਹੋ ਸਕਦਾ ਹੈ ਵੀਜ਼ਾ ਅਗਲਾ ਤੁਹਾਡਾ ਹੀ ਹੋਵੇ। ਤੇ ਇਸ ਦੇ ਨਾਲ ਹੀ ਹੁਣ ਅਸੀਂ ਚੱਲਦੇ ਹਾਂ ਅਗਲੇ ਪਾਇਲਟ ਪ੍ਰੋਗਰਾਮ ਵੱਲ। ਅਗਲਾ ਪਾਇਲਟ ਪ੍ਰੋਗਰਾਮ ਹੈ ਸਰ ਯੂਕੋਨ। ਤੇ ਯੂਕੋਨ ਜਿਹੜਾ ਇਹ ਕੀ ਪ੍ਰੋਗਰਾਮ ਹੈ, ਇਹਦਾ ਕੀ ਪ੍ਰੋਸੈਸ ਹੈ? ਇਹ ਵਰਕ ਪਰਮਿਟ ਲਈ ਹੈ, ਇਹ ਡਾਇਰੈਕਟ ਪੀਆਰ ਲਈ ਹੈ, ਕੀ ਚੀਜ਼ ਕੀ ਹੈ? ਯੂਕੋਨ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਹੈ। ਇਹਦੇ ਵਿੱਚ ਉਹਨਾਂ ਨੇ ਐਡ ਔਨ ਕੀਤਾ ਹੈਗਾ ਬਾय द ਨੇਮ ਆਫ ਯੂਕੋਨ ਕਮਿਊਨਿਟੀ ਪਾਇਲਟ। ਸੋ ਯੂਕੋਨ ਕਮਿਊਨਿਟੀ ਪਾਇਲਟ ਨੂੰ ਸਮਝਣ ਦੇ ਲਈ ਯੂਕੋਨ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਸਮਝਣਾ ਜ਼ਰੂਰੀ ਹੈ। EMPLOYER ਬੇਸਡ ਕੈਟੇਗਰੀ ਹੈ, ਜੌਬ ਆਫਰ ਚਾਹੀਦਾ ਹੈ। ਯੂਕੋਨ ਇੱਕ ਪ੍ਰੋਵਿੰਸ ਹੈ ਕੈਨੇਡਾ ਦੇ ਵਿੱਚ, ਠੰਡਾ ਇਲਾਕਾ ਹੈ, -30-35 ਡਿਗਰੀ ਟੈਂਪਰੇਚਰ ਰਹਿੰਦਾ ਹੈ ਔਰ ਇਹਦੀ ਕੈਪੀਟਲ ਹੈਗੀ ਹੈ ਵਾਈਟ ਹਾਰਸ। ਪੋਪੂਲੇਸ਼ਨ ਬਹੁਤ ਘੱਟ ਹੈ, ਬਿਜ਼ਨੈਸਿਸ ਡਾਈ ਕਰ ਰਹੇ ਆ ਬਿਕੋਜ਼ ਉਹਨਾਂ ਨੂੰ ਐਡਿਕੁਏਟ ਮੈਨ ਪਾਵਰ ਨਹੀਂ ਮਿਲ ਰਹੀ। ਟੂ ਪ੍ਰਮੋਟ ਮੋਰ ਐਂਡ ਮੋਰ ਦਿਸ ਯੂਕੋਨ ਪਾਇਲਟ ਪ੍ਰੋਗਰਾਮ ਗਵਰਨਮੈਂਟ ਨੇ ਬਹੁਤ ਰਿਲੈਕਸਡ ਕ੍ਰਾਈਟੇਰੀਆਜ਼ ਰੱਖੇ ਹੈ ਕਿ ਜਿਹਦੇ ਵਿੱਚ ਤੁਹਾਨੂੰ ਜੈਨੂਇਨ ਜੌਬ ਵੀ ਮਿਲੇਗੀ ਔਰ ਤੁਸੀਂ ਜਲਦੀ ਤੋਂ ਜਲਦੀ ਉੱਥੇ ਜਾ ਕੇ ਕੰਮ ਵੀ ਕਰ ਸਕੋਗੇ। ਸੋ ਦਿਸ ਇਜ਼ ਦ ਬੇਸ ਆਫ ਦਿਸ ਨਿਊ ਯੂਕੋਨ ਪਾਇਲਟ ਪ੍ਰੋਗਰਾਮ। ਇਹ ਇਸੇ ਸਾਲ ਲਾਂਚ ਹੋਇਆ, 3 ਸਾਲਾਂ ਦਾ ਉਹਨਾਂ ਨੇ ਪਾਇਲਟ ਪ੍ਰੋਗਰਾਮ ਰੱਖਿਆ ਹੈਗਾ। ਦੇਖੋਗੇ 3 ਸਾਲ 'ਚ ਕਿੰਨਾ ਸਕਸੈਸਫੁਲ ਹੋਇਆ, ਦੈਨ ਓਨਲੀ ਇਟ ਵਿਲ ਬੀ ਐਕਸਟੈਂਡਡ ਫॉर ਅਦਰ ਈਅਰਸ ਆਲਸੋ। ਇਹਦੇ ਨਾਲ ਵਰਕ ਪਰਮਿਟ ਮਿਲਦਾ ਹੈ ਜਾਂ ਡਾਇਰੈਕਟ ਪੀਆਰ? ਇਹ ਡਾਇਰੈਕਟ ਪੀਆਰ ਹੈ। ਪਰਮਨੈਂਟ ਰੈਜ਼ੀਡੈਂਸੀ ਜਿਹੜਾ ਪੀਐਨਪੀ ਪ੍ਰੋਗਰਾਮ ਹੈ ਯੂਕੋਨ ਦਾ, ਇਟ ਲੀਡਸ ਟੂ ਡਾਇਰੈਕਟ ਪੀਆਰ, ਪਰ ਇਹ ਥੋੜਾ ਜਿਹਾ ਲੰਬਾ ਪ੍ਰੋਗਰਾਮ ਹੈ। ਇਹਦਾ ਪ੍ਰੋਸੈਸਿੰਗ ਟਾਈਮ 18 ਤੋਂ 24 ਮਹੀਨੇ ਦਾ ਹੈ, ਈਵਨ ਆਫਟਰ ਗੈਟਿੰਗ ਅ ਨੋਮੀਨੇਸ਼ਨ ਫਰਮ ਦ ਪ੍ਰੋਵਿੰਸ। ਉਸ ਪੀਰੀਅਡ ਨੂੰ ਸ਼ਾਰਟ ਕਰਨ ਦੇ ਲਈ ਔਰ ਇਮੀਗ੍ਰੈਂਟ ਨੂੰ ਜਲਦੀ ਬੁਲਾਉਣ ਦੇ ਲਈ ਗਵਰਨਮੈਂਟ ਨੇ ਯੂਕੋਨ ਕਮਿਊਨਿਟੀ ਪਾਇਲਟ ਨੂੰ ਇੰਟਰੋਡਿਊਸ ਕੀਤਾ ਹੈ ਕਿ ਜੇ ਤੁਹਾਡੇ ਕੋਲ ਯੂਕੋਨ ਤੋਂ ਨੋਮੀਨੇਸ਼ਨ ਆ ਚੁੱਕਾ ਹੈ, ਤੁਸੀਂ ਪੀਆਰ ਫਾਈਲ ਕਰਤੀ, ਹੁਣ ਤੁਸੀਂ ਲਾਈਨ 'ਚ ਲੱਗ ਗਏ ਹੋ ਜਿਹਦਾ ਪ੍ਰੋਸੈਸਿੰਗ ਟਾਈਮ 18 ਮਹੀਨੇ ਹੈ, ਤਾਂ ਇੰਸਟੈਡ ਆਫ ਵੇਟਿੰਗ ਇਨ ਯੂਰ ਹੋਮ ਕੰਟਰੀ, ਗਵਰਨਮੈਂਟ ਕਹਿੰਦੀ ਹੈ ਕਿ ਤੁਸੀਂ 6 ਕਮਿਊਨਿਟੀਜ਼ ਉਹਨਾਂ ਨੇ ਈਅਰ ਮਾਰਕ ਕੀਤੀਆਂ ਯੂਕੋਨ ਦੇ ਵਿੱਚ। ਅਗਰ ਉਹਨਾਂ ਕਮਿਊਨਿਟੀਜ਼ ਦੇ ਵਿੱਚ ਤੁਸੀਂ 2 ਜਾਂ 3 ਜੌਬ ਆਫਰਸ ਮੈਨੇਜ ਕਰ ਲੈਂਦੇ ਹੋ, ਚਾਹੇ ਉਹ ਪਾਰਟ ਟਾਈਮ ਹੈ ਚਾਹੇ ਟੈਂਪਰੇਰੀ ਹੈ, ਵਿਚ ਕਮਿਊਲੇਟਸ ਟੂ 1560 ਘੰਟੇ ਸਾਲ ਦੇ, ਰਾਈਟ, ਇਟ ਇਜ਼ ਇਕੁਅਲੈਂਟ ਟੂ ਫੁੱਲ ਟਾਈਮ ਜੌਬ ਆਫਰ। 2 EMPLOYERS ਤੋਂ 2 ਜਾਂ 3 ਆਫਰਸ ਵੀ ਤੁਸੀਂ ਲੈ ਲੈਂਦੇ ਹੋ, ਦੈਨ ਯੂ ਵਿਲ ਬੀ ਐਲੀਜੀਬਲ ਟੂ ਗੈਟ ਓਪਨ ਵਰਕ ਪਰਮਿਟ ਆਫ ਯੂਕੋਨ। ਉਹ ਤੁਹਾਨੂੰ 35 ਤੋਂ 45 ਦਿਨਾਂ ਦੇ ਵਿੱਚ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ। ਤੁਸੀਂ ਉੱਥੇ ਫੈਮਿਲੀ ਨਾਲ ਮੂਵ ਕਰ ਜਾਂਦੇ ਹੋ ਜਾਂ ਉਸ EMPLOYER ਨਾਲ ਜਾਂ ਕਿਸੇ ਵੀ ਹੋਰ EMPLOYER ਨਾਲ ਯੂ ਕੈਨ ਸਟਾਰਟ ਵਰਕਿੰਗ ਐਂਡ ਅਰਨਿੰਗ while your permanent residency is in process. So instead of waiting in your home country for 1.5 year, ਤੁਸੀਂ 2 ਮਹੀਨੇ ਦੇ ਵਿੱਚ ਯੂਕੋਨ 'ਚ ਮੂਵ ਕਰ ਸਕਦੇ ਹੋ ਔਰ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਲੀਗਲੀ। ਜੀ, ਯੂਕੋਨ ਪ੍ਰੋਗਰਾਮ ਦੇ ਵਿੱਚ ਜੇ ਕਿਸੇ ਨੇ ਅਪਲਾਈ ਕਰਨਾ ਹੋਵੇ ਤਾਂ ਉਹਦੀ ਕੁਆਲੀਫਿਕੇਸ਼ਨ ਕੀ ਆ, ਉਹਦਾ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈਗਾ? ਇਹਨਾਂ ਪ੍ਰੋਗਰਾਮਸ ਜਿੰਨੇ ਪਾਇਲਟ ਪ੍ਰੋਗਰਾਮਸ ਹੈ, ਚਾਹੇ ਯੂਕੋਨ ਹੈ ਜਾਂ AIP ਹੈ ਜਾਂ RNIP ਹੈ, ਇਹਨਾਂ ਦਾ ਬੇਸਿਕ ਰਿਕੁਆਇਰਮੈਂਟ ਉਹੀ ਹੈ ਕਿ ECA ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਵਿਚ ਇਜ਼ ਰਿਕੁਆਇਰਡ 12 ਸਾਲ ਦੀ ਐਜੂਕੇਸ਼ਨ ਮਿਨੀਮਮ। CLB ਲੈਵਲ ਦੀ ਰਿਕੁਆਇਰਮੈਂਟ ਬਹੁਤ ਹੀ ਘੱਟ ਹੈ, ਆਕੂਪੇਸ਼ਨ ਸਪੈਸੀਫਿਕ ਹੈ, ਲੇਕਿਨ 4 ਜਾਂ 5 ਜਾਂ 6 ਮੈਕਸਿਮਮ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ, ਵਿਚ ਮੇਕਸ ਯੂ ਐਲੀਜੀਬਲ ਫॉर ਐਨੀ of these 3 programs। ਕੋਈ ਆਕੂਪੇਸ਼ਨ ਸਪੈਸੀਫਿਕ ਡਿਮਾਂਡ ਲਿਸਟ ਨਹੀਂ ਹੈ, ਨਾ ਉਹਨਾਂ ਨੇ ਦਿੱਤੇ ਹੈ ਕਿ ਆਹ ਵਾਲੇ ਆਕੂਪੇਸ਼ਨ ਵਾਲੇ ਹੀ ਅਪਲਾਈ ਕਰ ਸਕਣ। ਇਹ ਲਿਸਟ ਚੇਂਜ ਹੁੰਦੀ ਰਹਿੰਦੀ ਹੈ, ਪੋਰਟਲਸ ਖੁੱਲ੍ਹਦੇ ਉਦੋਂ ਪਤਾ ਲੱਗਦਾ ਹੈ ਕਿਹੜੀ ਨੌਕ, ਕਿਹੜਾ ਆਕੂਪੇਸ਼ਨ ਕਿਸ ਕਮਿਊਨਿਟੀ ਜਾਂ ਪ੍ਰੋਵਿੰਸ ਦੇ ਵਿੱਚ ਡਿਮਾਂਡ 'ਚ ਹੈਗਾ, ਬੇਸਡ ਔਨ ਵਿਚ ਯੂ ਕੈਨ ਅਪਰੋਚ ਟੂ ਦਾ EMPLOYER। ਇਸ ਸਾਰੇ ਪ੍ਰੋਸੈਸ ਨੂੰ ਫੈਸਿਲੀਟੇਟ ਕਰਨ ਦੇ ਲਈ WWICS ਹੈਲਪ ਕਰਦਾ ਹੈ ਟੂ ਮਾਰਕੀਟ ਯੂਰ ਰਿਜ਼ਿਊਮੇ ਟੂ ਦਾ ਪੋਟੈਂਸ਼ੀਅਲ EMPLOYERS। ਇੰਗੇਜਮੈਂਟ ਕੀਤੀ ਜਾਂਦੀ ਹੈ EMPLOYERS ਦੀ ਪ੍ਰੋਪਰ ਮਾਰਕੀਟਿੰਗ ਦੇ ਨਾਲ, ਤੁਹਾਡੇ ਸਕਿੱਲਸ ਦੀ, ਤੁਹਾਡੇ ਪ੍ਰੋਫੈਸ਼ਨ ਦੀ, ਬੇਸਡ ਔਨ ਵਿਚ EMPLOYER ਕੈਨ ਕਮਿਊਨੀਕੇਟ, ਕੈਨ ਫੋਲੋ ਅਪ for the interview, and once you are selected, it's a sure shot way to get permanent residency, but the selection factor is totally dependent on the community or the provincial employer। ਜੀ, ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਕੁਐਰੀ ਹੈ ਤਾਂ ਨੰਬਰ ਸਕਰੀਨ ਦੇ ਉੱਤੇ ਕਲੈਸ਼ ਹੋ ਰਹੇ ਨੇ, ਅਸੀਂ ਬਾਰ-ਬਾਰ ਯਾਦ ਕਰਵਾ ਰਹੇ ਹਾਂ ਕਿ ਨੰਬਰ ਬਾਰ-ਬਾਰ ਸਕਰੀਨ ਦੇ ਉੱਤੇ ਆ ਰਹੇ ਨੇ, ਤੁਸੀਂ ਫੋਨ ਚੁੱਕਣਾ ਹੈ ਤੇ ਫੋਨ ਕਰਨਾ ਹੈ ਤੇ ਇਹਨਾਂ ਤੋਂ ਟਾਈਮ ਲੈਣਾ ਹੈ ਤਾਂ ਕਿ ਤੁਹਾਡੀ ਜਿਹੜੀ ਸਮੱਸਿਆ ਹੈ ਉਹਦਾ ਜਲਦੀ ਤੋਂ ਜਲਦੀ ਸਮਾਧਾਨ ਹੋ ਸਕੇ। ਸਰ, ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਇੱਕ ਹੋਰ ਸਵਾਲ ਹੈ, ਉਹ ਹੈਗਾ ਕਿ ਕੋਈ ਵੀ ਜਿਹੜਾ ਕੈਂਡੀਡੇਟ ਹੈ, ਐਪਲੀਕੈਂਟ ਹੈ,
ਉਹ ਜਦੋਂ ਇਸ ਪ੍ਰੋਗਰਾਮ ਰਾਹੀਂ ਯੂਕੌਨ ਦਾ ਕਰਦਾ ਹੈ, ਆਪਣਾ ਕੰਮ ਬਣਾਉਂਦਾ ਹੈ, ਤਾਂ ਕਿੰਨੀਆਂ ਕੁ ਜਿਹੜੀਆਂ ਪਾਬੰਦੀਆਂ ਨੇ ਉਹਨੇ ਜਦੋਂ ਆਪਣਾ ਕੰਮ ਕਰਨਾ ਆ ਤਾਂ ਉਹ ਸਿਰਫ ਯੂਕੌਨ ਦੇ ਵਿੱਚ ਰਹਿ ਕੇ ਆਪਣਾ ਕੰਮ ਕਰ ਸਕਦਾ ਹੈ ਜਾਂ ਫਿਰ ਉਹ ਕਿਤੇ ਹੋਰ ਵੀ ਮੂਵ ਹੋ ਸਕਦਾ? ਕੋਈ ਵੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ 'ਚ ਜਦੋਂ ਤੁਸੀਂ ਅਪਲਾਈ ਕਰਦੇ ਹੋ, ਨੋਮੀਨੇਸ਼ਨ ਮਿਲਦਾ ਤਾਂ ਗਵਰਨਮੈਂਟ ਇਹ ਐਕਸਪੈਕਟ ਕਰਦੀ ਹੈ ਕਿ ਤੁਸੀਂ ਉਸ ਪ੍ਰੋਵਿੰਸ ਦੇ ਵਿੱਚ ਹੀ ਰਿਸਾਈਡ ਕਰੋ ਔਰ ਕੰਮ ਕਰੋ। ਇਸੇ ਪਰਪਸਲੀ ਉਹਨਾਂ ਨੇ ਤੁਹਾਨੂੰ ਨੋਮੀਨੇਟ ਕੀਤਾ। ਜੀ। ਸੋ 2 years ਇਜ਼ ਦ ਕਲੌਜ਼ due to which you have to reside in that particular province। 2 ਸਾਲ ਤੋਂ ਬਾਅਦ ਤੁਸੀਂ ਉੱਥੇ ਰਹਿਣਾ ਚਾਹੁੰਦੇ ਹੋ, ਕਿਤੇ ਹੋਰ ਮੂਵ ਕਰਨਾ ਚਾਹੁੰਦੇ ਹੋ, that is your call। but implied condition ਹੈ 2 ਸਾਲ ਤੁਹਾਨੂੰ ਉੱਥੇ ਰਹਿਣਾ ਪਏਗਾ। ਜੀ, ਉਸ ਤੋਂ ਬਾਅਦ ਤੁਸੀਂ ਆਪਣੀ ਇੱਛਾ ਅਨੁਸਾਰ ਕਿਤੇ ਵੀ ਬਿਲਕੁਲ ਕਿਤੇ ਵੀ ਮੂਵ ਕਰ ਸਕਦੇ ਹੋ। ਇੱਥੇ ਕੋਈ ਤੁਹਾਡੇ ਜੇ ਬਾਹਰ ਕੋਈ ਰਿਸ਼ਤੇਦਾਰ ਹੈਗਾ, ਕੋਈ ਬਲੱਡ ਰਿਲੇਸ਼ਨ ਹੈਗਾ ਉਹ ਜਾਂ ਕੋਈ ਫਰੈਂਡ ਸਰਕਲ ਹੈਗਾ, ਉਹਦਾ ਤੁਹਾਨੂੰ ਕੋਈ ਬੈਨੀਫਿਟ ਨਹੀਂ, ਉਹਦਾ ਕੋਈ ਐਡਿਡ ਐਡਵਾਂਟੇਜ ਨਹੀਂ ਹੈ ਕਿਉਂਕਿ ਇਹ ਪੁਆਇੰਟ ਬੇਸਡ ਨਹੀਂ ਹੈ। ਯੂਕੌਨ ਇਨ ਪਾਰਟਿਕੂਲਰ ਜੇ ਆਪਾਂ ਗੱਲ ਕਰੀਏ ਇਹ 'ਚ ਕੋਈ ਪੁਆਇੰਟ ਸਿਸਟਮ ਨਹੀਂ ਹੈ, ਸੋ ਉਹਦਾ ਕੋਈ ਬੈਨੀਫਿਟ ਤੁਹਾਨੂੰ ਐਜ਼ ਇਟ ਇਜ਼ ਨਹੀਂ ਮਿਲਦਾ। ਬਟ ਯੈਸ, ਉਹ ਹੈਲਪ ਕਰ ਸਕਦਾ ਤੁਹਾਡੀ ਇੰਪਲੋਇਰ ਦੇ ਨਾਲ ਥੋੜਾ ਰਾਬਤਾ ਕਾਇਮ ਕਰਨ ਦੇ ਲਈ, ਜਾਂ ਤੁਹਾਨੂੰ ਦੱਸ ਸਕਦਾ ਹੈਗਾ ਕਿਸ ਤਰ੍ਹਾਂ ਦੀਆਂ ਜੌਬਸ ਕਿਹੜੀ ਕਮਿਊਨਿਟੀ 'ਚ ਅਵੇਲੇਬਲ ਹੈ। ਉਹ ਨੈਟ ਤੇ ਵੀ ਅਵੇਲੇਬਲ ਹੈ, ਅਸੀਂ ਤੁਹਾਨੂੰ ਹੈਲਪ ਕਰਦੇ ਹਾਂ। ਬਟ ਯੈਸ, ਹੈਵਿੰਗ ਅ ਫਰੈਂਡ ਇਨ ਦੈਟ ਪਾਰਟਿਕੂਲਰ ਪ੍ਰੋਵਿੰਸ ਵਿਲ ਫੈਸਿਲਿਟੇਟ ਇਨ ਯੋਰ ਸੈਟਲਮੈਂਟ ਓਵਰ। ਜੀ ਦੀਪਕ ਜੀ, ਤੁਸੀਂ ਹੁਣ ਸਾਨੂੰ ਇਹ ਦੱਸੋ ਵੀ ਕੋਈ ਵੀ ਕੈਂਡੀਡੇਟ ਹੈ ਉਹ ਤਿੰਨਾਂ ਚੋਂ ਉਹਨੂੰ ਕਿਹੜਾ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਅਪਲਾਈ ਕਰਨਾ ਚਾਹੀਦਾ ਹੈ? ਜੇ ਕੋਈ ਇੱਕ ਅਪਲਾਈ ਕਰੇ, ਕਿਸੇ ਇੱਕ ਦਾ ਇੱਕ ਪ੍ਰੋਗਰਾਮ ਰਾਹੀਂ ਰਿਜੈਕਸ਼ਨ ਆ ਜਾਂਦੀ ਹੈ ਤਾਂ ਉਹਨੂੰ ਦੁਬਾਰਾ ਉਸੇ 'ਚ ਅਪਲਾਈ ਕਰਨਾ ਚਾਹੀਦਾ ਹੈ ਜਾਂ ਫਿਰ ਉਹਨੂੰ ਥੋੜ੍ਹਾ ਜਿਹਾ ਉਹਦੇ ਚੇਂਜਸ ਲੈ ਕੇ ਆਉਣੇ ਚਾਹੀਦੇ ਆ? ਇਹ ਬਹੁਤ ਅੱਛਾ ਸਵਾਲ ਤੁਸੀਂ ਪੁੱਛਿਆ। ਕੈਨੇਡਾ ਦੇ ਵਿੱਚ ਕੋਈ ਵੀ ਐਸਾ ਪ੍ਰੋਗਰਾਮ ਨਹੀਂ ਹੈ ਅੱਜ ਦੇ ਟਾਈਮ ਦੇ ਵਿੱਚ ਵਿਚ ਲੀਡਸ ਟੂ ਸ਼ੋਰ ਸ਼ਾਰਟ ਰਿਜ਼ਲਟਸ। ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਜਿੰਨੇ ਵੀ ਪ੍ਰੋਗਰਾਮਸ 'ਚ ਐਲੀਜੀਬਲ ਹੋ ਉਹਦੇ ਵਿੱਚ ਤੁਸੀਂ ਜ਼ਰੂਰ ਅਪਲਾਈ ਕਰੋ। ਸੋ ਮਲਟੀਪਲ ਪ੍ਰੋਗਰਾਮ, ਜਿਸ ਤਰ੍ਹਾਂ ਮੈਂ ਅੱਜ ਗੱਲ ਕੀਤੀ ਹੈ ਯੂਕੌਨ ਦੀ, AIPP, RNIP, ਤੁਸੀਂ ਇਹਨਾਂ ਸਾਰੇ ਪ੍ਰੋਗਰਾਮ 'ਚ ਸਾਈਮਲਟੇਨੀਅਸਲੀ ਅਪਲਾਈ ਕਰ ਸਕਦੇ ਹੋ। ਬਿਕੋਜ਼ ਯੂ ਨੈਵਰ ਨੋ ਕਿ ਕਿਹੜਾ ਆਕੂਪੇਸ਼ਨ ਕਿਹੜੇ ਪ੍ਰੋਵਿੰਸ 'ਚ ਕਦੋਂ ਖੁੱਲ੍ਹਣਾ ਹੈ। ਹੋ ਸਕਦਾ ਅੱਜ RNIP 'ਚ ਖੁੱਲ੍ਹਿਆ ਹੋਵੇ, ਜਦੋਂ ਤੁਸੀਂ ਅਪਲਾਈ ਕਰੋ ਬੰਦ ਹੋ ਜਾਏ, ਕੱਲ ਯੂਕੌਨ 'ਚ ਖੁੱਲ੍ਹ ਜਾਵੇ। ਸੋ ਇਟਸ ਬੈਟਰ ਜਿੰਨੇ ਮਲਟੀਪਲ ਪ੍ਰੋਗਰਾਮ 'ਚ ਤੁਸੀਂ ਅਪਲਾਈ ਕਰੋਗੇ ਉਹਨੇ ਚਾਂਸਿਸ ਆਫ ਸਕਸੈਸ, ਉਹਨੇ ਚਾਂਸਿਸ ਆਫ ਗੈਟਿੰਗ ਅ ਜੌਬ ਆਫਰ ਥੋੜ੍ਹੇ ਵੱਧ ਜਾਂਦੀ ਹੈ। ਵਨਸ ਯੂ ਗੈਟ ਅ ਜੌਬ ਆਫਰ, ਫਿਰ ਤੁਹਾਡੇ ਲਈ ਇੱਕ ਡਿਟਰਮਿੰਡ ਪ੍ਰੋਗਰਾਮ ਬਣ ਜਾਂਦਾ ਕਿ ਇਸ ਪ੍ਰੋਗਰਾਮ 'ਚ ਮੈਨੂੰ ਜੌਬ ਆਫਰ ਮਿਲੀ ਹੈ, ਦੈਨ ਆਈ ਵਿਲ ਮੂਵ ਥਰੂ ਦਿਸ ਪਾਥ ਓਨਲੀ। ਹੁਣ ਵੇਲਾ ਹੋ ਗਿਆ ਜਾਣ ਦਾ, ਜਲਦੀ ਮਿਲਾਂਗੇ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਰੱਬ ਰੱਖਾ। ਸਤਿ ਸ਼੍ਰੀ ਅਕਾਲ।